ਪਰਮੇਸ਼ਰੀ ਵਿਚਾਰਧਾਰਾ ਨੂੰ ਜੀਵਨ ਆਧਾਰ ਬਣਾ ਕੇ ਗੁਰੂ ਦੇ ਨਵਾਜੇ ਸਿੱਖ ਦੇ ਤੌਰ 'ਤੇ ਗੁਰੂ ਨੂੰ ਸਮਰਪਿਤ ਸੋਚ ਦੇ ਵਾਰਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਤਿਗੁਰੂ ਜੀ ਨੇ ਜੋ ਪਰਉਪਕਾਰ ਸੰਸਾਰ ਦੇ ਮਨੁੱਖ ਦੇ ਅੰਦਰ ਰੱਬੀ ਗਿਆਨ ਵਿਸ਼ਵਾਸ ਨੂੰ ਪੈਦਾ ਕਰਕੇ ਕੀਤੇ ਨੇ, ਉਹਨਾਂ ਦਾ ਸਦੀਵੀ ਪ੍ਰਭਾਵ ਸੰਸਾਰ ਵਿੱਚ ਸਾਨੂੰ ਸਥਾਪਿਤ ਦਿਖਾਈ ਦਿੰਦਾ ਹੈ। ਇਹਦੇ ਮਗਲੇ ਪਾਸੇ ਗੁਰੂ ਜੀ ਦੀ ਬਹੁਤ ਕਦੜੀ ਘਾਲਣਾ, ਵੱਡੀ ਮੁਸ਼ੱਕਤ ਸਾਨੂੰ ਇਤਿਹਾਸ ਦੇ ਪੰਨਿਆਂ 'ਚੋਂ ਮਿਲਦੀ ਹੈ। ਅੱਜ ਜਦੋਂ ਅਸੀਂ ਸਿੱਖੀ ਨੂੰ ਵਿਸ਼ਵ ਵਿਆਪੀ ਦੇਖ ਰਹੇ ਹਾਂ ਅਤੇ ਸਿੱਖੀ ਦਾ ਤਪ ਤੇਜ ਅਸੀਂ ਉੱਪਰ ਹੁੰਦਾ ਦੇਖ ਰਹੇ ਹਾਂ, ਅਤੇ ਇਸ ਦੇ ਮਗਰਲੇ ਪਾਸੇ ਜਿਹੜੀ ਸ਼ਕਤੀ ਕੰਮ ਕਰ ਰਹੀ ਹੈ ਉਹ ਹੈ ਸਾਡੇ ਗੁਰੂਆਂ ਜੀ ਦੀ ਉਹ ਘਾਲਣਾ, ਜਿਹੜੀ ਘਾਲਣਾ ਨੂੰ ਸਾਨੂੰ ਸਦਾ ਸਿਰ ਝੁਕਾ ਕੇ ਸਿਜਦਾ ਕਰਦਿਆਂ ਮਾਣ ਮਹਿਸੂਸ ਹੁੰਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਪ੍ਰਚਾਰ ਦਾ ਪੱਖ ਹੈ ਇਹ ਬੜਾ ਲੰਬੇਰਾ ਹੈ। ਉਹਨਾਂ ਨੇ ਉਸ ਪ੍ਰਚਾਰ ਦੇ ਪੱਖ ਨੂੰ ਬਹੁਤ ਮਹੱਤਵਪੂਰਨ ਨਜ਼ਰੀਏ ਤੋਂ ਅਪਣਾਇਆ ਹੈ। ਦੇਸ਼ ਦੇ ਰਾਜਸੀ ਹਾਲਾਤ ਬੜੇ ਨਾਜ਼ੁਕ ਹਨ। ਸਮੇਂ ਦਾ ਹਾਕਮ ਔਰੰਗਜ਼ੇਬ ਸਲਤਨਤ ਦੇ ਬਲ ਨਾਲ ਅੰਦਰ ਮਤਸਵੀ ਸੋਚ ਦੇ ਹੰਕਾਰ ਨਾਲ ਭਰਿਆ ਪਿਆ ਹੈ। ਉਹਨੇ ਸਾਰਾ ਪਾਸੇ ਭੈਭੀਤ ਕਰਨ ਵਾਲਾ ਇੱਕ ਮਾਹੌਲ ਉਸ ਸਮੇਂ ਪੂਰੇ ਦੇਸ਼ ਦੇ ਅੰਦਰ ਖੜਾ ਕੀਤਾ। ਖਾਸ ਤੌਰ 'ਤੇ ਉਹ ਇਸਲਾਮਿਕ ਨਜ਼ਰੀਆ, ਇਸਲਾਮਿਕ ਮਜ਼ਹਬੀ ਬਲ ਪ੍ਰਭਾਵ ਖੜਾ ਕਰਨ ਦੇ ਲਈ ਕੰਮ ਕਰ ਰਿਹਾ ਹੈ। ਅਤੇ ਉਸ ਤੋਂ ਬਾਕੀ ਦਾ ਭਾਈਚਾਰਾ ਜੋ ਗੁਲਾਮਾਂ ਦੀ ਜ਼ਿੰਦਗੀ ਜੂ ਰਿਹਾ ਹੈ, ਉਹਦੇ ਲਈ ਕੋਈ ਬਾਂਹ ਫੜਨ ਵਾਸਤੇ ਉਹਨੂੰ ਗਿਆਨ ਦੇ ਕੇ ਉਹਦੇ ਅੰਦਰ ਬਰਾਬਰ ਦੀ ਸੋਚ ਪੈਦਾ ਕਰਨ ਦੇ ਲਈ ਦੇਸ਼ ਦੇ ਕਿਸੇ ਹਿੱਸੇ ਤੋਂ ਜਾਂ ਮਜ਼ਹਬੀ ਖੇਤਰ ਦੇ ਆਗੂਆਂ ਤੋਂ ਇਸ ਤਰ੍ਹਾਂ ਦੀ ਗੱਲ ਹੁੰਦੀ, ਭੁੱਲ ਭੁਲੇਖੇ ਦਾ ਹੀ ਕਿਤੇ ਹਿੱਸਾ ਰਹਿ ਜਾਏ ਤਾਂ ਹੋ ਸਕਦਾ ਹੈ, ਪਰ ਪ੍ਰਤੱਖ ਰੂਪ ਦੇ ਵਿੱਚ ਇੰਝ ਨਹੀਂ ਕੀਤਾ ਜਾ ਰਿਹਾ। ਗੁਲਾਮੀ ਕਿੰਨੀ ਸੀ, ਇਹ ਤਾਂ ਬੜਾ ਲੰਮਾ ਚੌੜਾ ਸਿਲਸਿਲਾ ਹੈ, ਜਿਹਨੂੰ ਅਸੀਂ ਵਿਸਥਾਰ ਵਿੱਚ ਕਥਨਾ ਹੋਵੇ ਅਤੇ ਲੰਮਾ ਸਮਾਂ ਚਾਹੀਦਾ। ਉਹ ਗੁਲਾਮੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਵਕਤ ਵਿੱਚ ਸਾਡੇ ਸਮਝ ਦਾ ਹਿੱਸਾ ਬਣਾਇਆ ਹੈ। ਜਦੋਂ ਗੁਰੂ ਪਾਤਸ਼ਾਹ ਜੀ ਇਹ ਕਹਿੰਦੇ ਨੇ ਕਿ ਉਸ ਸਮੇਂ ਦੇ ਹਿੰਦੂ ਮਜ਼ਹਬ ਨਾਲ ਜੁੜੇ ਹੋਏ ਧਾਰਮਿਕ ਆਗੂ ਕਿਹੜੀ ਕਾਇਰਤਾ ਦੇ ਵਿੱਚ ਜ਼ਿੰਦਗੀ ਜਿਉਂਦੇ ਸਨ। ਉਹ ਨੀਲ ਬਸਤਰ ਪੈਰ ਹੋਵੇਂ ਪ੍ਰਵਾਨ, ਮਲੇਸ਼ ਤਾਨ ਲੈ ਪੂਜੇ ਪ੍ਰਾਣ, ਇਹ ਉਹਨਾਂ ਦੀ ਮਾਨਸਿਕ ਅਵਸਥਾ ਦਾ ਇੱਕ ਕਾਲਾ ਪੱਖ। ਉਹਨਾਂ ਦੇ ਅੰਦਰ ਸਿਧਾਂਤ ਲਈ ਜਿਉਣਾ, ਸਿਧਾਂਤ ਲਈ ਮਰਨਾ, ਸਿਧਾਂਤ ਦੇ ਖੜ੍ਹੇ ਹੋ ਕੇ ਸਮਾਜ ਨੂੰ ਜਾਗਰੂਕ ਕਰਨਾ, ਸਿਧਾਂਤ ਦੇ ਪੈਰੋਕਾਰ ਬਣ ਕੇ ਸਮੇਂ ਦੇ ਜਰਵਾਣੇ ਦੇ ਸਾਹਮਣੇ ਖੜ੍ਹੇ ਹੋਣ ਦੀ ਜੁਰਤ ਨੂੰ ਪਾਲ ਕੇ ਤੁਰਨਾ, ਇਹ ਉਹਨਾਂ ਨੇ ਛੱਡ ਕੇ ਕੇਵਲ ਜ਼ਿੰਦਗੀ ਨੂੰ ਧੱਕਾ ਦੇਣ ਦੇ ਲਈ ਗੁਲਾਮੀ ਦੀਆਂ ਜੰਜੀਰਾਂ ਪਾ ਕੇ ਤੁਰਨਾ ਸਵੀਕਾਰ ਕਰ ਲਿਆ ਸੀ।
ਹੁਣ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਹੁਣ ਚੱਕ ਨਾਨਕੀ ਦੀ ਧਰਤੀ ਤੋਂ ਇਹ ਪ੍ਰਚਾਰ ਦੌਰਾ ਸ਼ੁਰੂ ਕਰਦੇ ਨੇ ਤਾਂ ਇਸ ਸਮੇਂ ਗੁਰੂ ਪਿਤਾ ਦੇ ਸਾਹਮਣੇ ਬਹੁਤ ਉਸ ਸਮੇਂ ਦੇ ਹਾਲਾਤਾਂ ਦਾ ਜੋ ਚਾਰੇ ਪਾਸੇ ਦਾ ਵਾਤਾਵਰਨ ਹੈ, ਜੋ ਸਲਤਨਤ ਦੇ ਭੈ ਥੱਲੇ ਸਿਰਜਿਆ ਜਾ ਰਿਹਾ, ਉਹ ਬਹੁਤ ਸਪਸ਼ਟ ਰੂਪ ਦੇ ਵਿੱਚ ਹੈ। ਗੁਰੂ ਪਾਤਸ਼ਾਹ ਜੀ ਬਾਕੀ ਦੇ ਇਸ ਦੇਸ਼ ਦੇ ਵਾਸੀਆਂ ਨੂੰ, ਉਹਨਾਂ ਨੂੰ ਜਗਾਉਣ ਦੇ ਲਈ, ਉਹਨਾਂ ਨੂੰ ਸਮਝਾਉਣ ਦੇ ਲਈ, ਉਸੇ ਦ੍ਰਿਸ਼ਟੀ ਨੂੰ ਅੱਗੇ ਤੋਰਨ ਦੇ ਲਈ ਕਿ ਸਮਾਜ ਨੂੰ, ਸੰਸਾਰ ਨੂੰ ਸੇਧ ਦੇਣੀ ਹੈ, ਜਾਣਕਾਰੀ ਦੇਣੀ ਹੈ। ਇਹ ਧਰਤੀ ਧਾਰਮਿਕ ਵਿਅਕਤੀਆਂ ਦੇ ਵਾਸੇ ਦਾ ਕੇਂਦਰ ਹੈ, ਪਰ ਇੱਥੇ ਲੋਟੂ ਬਿਰਤੀਆਂ ਦੇ ਲੋਕਾਂ ਨੇ ਟਿਕਾਣੇ ਬਣਾ ਲਏ ਨੇ ਅਤੇ ਅਸੀਂ ਉਹ ਵਿਅਕਤੀ ਪੈਦਾ ਕਰਨੇ ਨੇ ਜਿਨ੍ਹਾਂ ਦੀ ਸੁਰਤੀ ਵਿੱਚ ਸੱਚ ਹੋਵੇ, ਜਿਨ੍ਹਾਂ ਦੀ ਸੁਰਤੀ ਵਿੱਚ ਧਰਮ ਹੋਵੇ, ਜਿਨ੍ਹਾਂ ਦੇ ਜੀਵਨ ਦੇ ਅੰਦਰ ਨਿਰਵੈਰਤਾ, ਨਿਰਮਾਨਤਾ, ਨਿਰਭੈਤਾ ਇਤਿਆਦਿ ਗੁਣ ਹੋਣ, ਜਿਹੜੇ ਦੁੱਖ ਜਰਨ ਦੇ ਅਤੇ ਦੁੱਖ ਵੰਡਣ ਦੀ ਬਰਾਬਰ ਦੀ ਸਾਵੀਂ ਸੋਚ ਦੇ ਵਾਰਸ ਹੋਣ, ਉਹਨਾਂ ਨੂੰ ਪੈਦਾ ਕਰਨਾ ਹੈ। ਇਹ ਕਾਰਜ ਤੇ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ ਤੋਂ ਸ਼ੁਰੂ ਕਰਕੇ ਵਿਰਾਸਤ ਵਜੋਂ ਦਿੱਤਾ ਹੋਇਆ ਹੈ। ਉਸੇ ਨੂੰ ਲੈ ਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਹੁਣ ਜਿਸ ਦੌਰੇ 'ਤੇ ਚੱਲ ਰਹੇ ਨੇ, ਜਿਹਨੂੰ ਅਸੀਂ ਉਹਨਾਂ ਦੀ ਪ੍ਰਚਾਰ ਫੇਰੀ ਕਹਿੰਦੇ ਹਾਂ, ਇਹ ਬਹੁਤ ਮਹੱਤਵਪੂਰਨ ਹੈ। ਇਸ ਵਾਰ ਉਹ ਇਕੱਲੇ ਨਹੀਂ ਜਾ ਰਹੇ, ਉਹਨਾਂ ਨੇ ਆਪਣਾ ਪੂਰਾ ਪਰਿਵਾਰ ਨਾਲ ਲੈ ਲਿਆ। ਆਪਣਾ ਪਰਿਵਾਰ ਨਾਲ ਲੈ ਕੇ ਉਹ ਸਮੇਤ ਪਰਿਵਾਰ ਇਹ ਭਰਮਣ ਦੇ ਲਈ ਨਿਕਲਦੇ ਹਨ। ਅਤੇ ਜਦੋਂ ਅਸੀਂ ਉਹਨਾਂ ਦੇ ਪ੍ਰਚਾਰ ਦੌਰੇ ਦਾ ਲੇਖਾ ਜੋਖਾ ਕਰਦੇ ਹਾਂ ਤਾਂ ਉਹ ਵੱਡੇ ਵੱਡੇ ਧਾਰਮਿਕ ਤੀਰਥ ਜਿਹੜੇ ਹਿੰਦੂ ਭਾਈਚਾਰੇ ਨਾਲ ਜੁੜੇ ਸਨ, ਉੱਥੇ ਜਾ ਕੇ ਪਹਿਲੇ ਗੁਰੂ ਸਾਹਿਬਾਨ ਵਾਂਗ ਗਿਆਨ ਵੰਡਦੇ ਨੇ, ਸੇਧਾਂ ਦਿੰਦੇ ਨੇ, ਸਮੇਂ ਦੇ ਮਹੱਤਵਪੂਰਨ ਕਾਰਕੁਨਾਂ ਦੇ ਨਾਲ ਮੇਲ ਮੁਲਾਕਾਤ ਕਰਦੇ ਨੇ ਅਤੇ ਉਹਨਾਂ ਦੇ ਅੰਦਰ ਇਹ ਚੇਤਨਾ ਜਗਾਉਂਦੇ ਨੇ ਕਿ ਤੁਹਾਡੀ ਜ਼ਿੰਮੇਵਾਰੀਆਂ ਕੀ ਹਨ, ਤੁਹਾਨੂੰ ਕਿਸ ਤਰ੍ਹਾਂ ਦਾ ਅਕੀਦਾ ਲੈ ਕੇ ਜ਼ਿੰਦਗੀ ਜਿਊਣੀ ਚਾਹੀਦੀ ਹੈ, ਤੁਹਾਨੂੰ ਸਮਾਜ ਦੇ ਵਿੱਚ ਦੂਜਿਆਂ ਦੇ ਲਈ ਕੀ ਕੁਝ ਕਰ ਗੁਜ਼ਰਨ ਦੇ ਲਈ ਆਪਣੇ ਵਿੱਚ ਹਿੰਮਤ ਪੈਦਾ ਕਰਨ ਦੀ ਜ਼ਰੂਰਤ ਹੈ। ਇਹ ਸਾਰਾ ਕੁਝ ਕਹਿੰਦੇ ਕਹਾਉਂਦੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹ ਲੰਮੇ ਦਾਈਆ ਲੈ ਕੇ ਚਲਦਿਆਂ ਇਹ ਦਿੱਲੀ ਤੋਂ ਅੱਗੇ ਨਿਕਲਦਿਆਂ ਯੂਪੀ ਦੇ ਇਲਾਕੇ ਵਿੱਚ ਅੱਗੇ ਵਧਦਿਆਂ ਇਤਿਹਾਸ ਕਹਿੰਦਾ ਹੈ ਇਲਾਹਾਬਾਦ ਦੀ ਧਰਤੀ 'ਤੇ ਜਾਂਦੇ ਹਨ। ਉਹ ਸਮਾਂ ਹੈ ਜਦੋਂ ਉੱਥੇ ਕੁੰਭ ਦਾ ਮੇਲਾ ਲੱਗਿਆ ਹੋਵੇ, ਉੱਥੇ ਗਿਆਨ ਵੰਡਦੇ ਨੇ, ਉੱਥੇ ਲੋਕਾਂ ਨੂੰ ਜਗਾਉਂਦੇ ਨੇ, ਉੱਥੋਂ ਦੇ ਬੈਠੇ ਮਜ਼੍ਹਬੀ ਲੋਕ ਆਗੂ ਲੋਕਾਂ ਨਾਲ ਸੰਵਾਦ ਰਚਦੇ ਨੇ, ਉਹਨਾਂ ਦੇ ਮੁਰਝਾਏ ਹੋਏ ਚਿਹਰਿਆਂ ਤੋਂ ਸਮੇਂ ਦੇ ਜਰਵਾਣੇ ਦਾ ਜੋ ਕਹਿਰ ਹੈ ਉਹਦਾ ਝਲਕਾਂ ਦੇਖਦੇ ਨੇ ਅਤੇ ਦੇਖਦਿਆਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣਾ ਜੋ ਕਰਤੱਵ ਹੈ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਿਲਾਏ, ਇਹ ਪੂਰੀਆਂ ਕਰਦਿਆਂ ਅੱਗੇ ਵੱਧ ਜਾਂਦੇ ਨੇ। ਅਤੇ ਸੱਚੇ ਪਾਤਸ਼ਾਹ ਜੀ ਅੱਗੇ ਚਲਦਿਆਂ ਬਨਾਰਸ ਹੁੰਦੇ ਹੋਏ ਗੁਰੂ ਪਿਤਾ ਜੀ ਪਟਨੇ ਦੀ ਧਰਤੀ ਵਾਲੇ ਪਾਸੇ ਦਾ ਪੰਧ ਤੈਅ ਕਰਦੇ ਨੇ। ਅਸੀਂ ਗੁਰੂ ਪਿਤਾ ਦੇ ਇਸ ਪੰਧ ਨੂੰ ਬੜਾ ਗੰਭੀਰ ਹੋ ਕੇ ਭਾਗਾਂ ਵਾਲੀ ਅੱਜ ਵਾਚਣਾ ਹੈ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹਨਾਂ ਦੀ ਜ਼ਿੰਦਗੀ ਨੂੰ ਕੇਵਲ ਕਹਾਣੀ ਦੇ ਤੌਰ ਉੱਤੇ ਆਪਾਂ ਨਹੀਂ ਲੈ ਸਕਦੇ। ਉਹਨਾਂ ਦੀ ਜ਼ਿੰਦਗੀ ਦਾ ਇੱਕ ਕਦਮ ਸਾਡੇ ਲਈ
ਜ਼ਿੰਦਗੀ ਜੂਣ ਦੇ ਲਈ ਸੇਧ ਵਾਸਤੇ ਮੀਲ ਪੱਥਰ ਦਾ ਕੰਮ ਕਰਦਾ ਹੈ। ਉਹਨਾਂ ਦਾ ਇੱਕ ਇੱਕ ਬੋਲ ਸਾਡੇ ਲਈ ਗਿਆਨ ਦਾ ਚਮਕਦਾ ਹੋਇਆ ਸੂਰਜ ਹੈ। ਉਹਨਾਂ ਦੀ ਜ਼ਿੰਦਗੀ ਦਾ ਇੱਕ ਇੱਕ ਵਧਾਇਆ ਹੋਇਆ ਅੱਗੇ ਕਦਮ ਸਾਡੇ ਲਈ ਜ਼ਿੰਦਗੀ ਜੂਣ ਦੇ ਲਈ ਅਨੰਤ ਰਸਤੇ ਖੋਲ੍ਹਣ ਦਾ ਬਹੁਤ ਵੱਡਾ ਭੰਡਾਰ ਹੈ। ਅਸੀਂ ਇਹਨੂੰ ਸਮਝਣਾ ਹੈ, ਸਮਝ ਕੇ ਜੂਣਾ ਹੈ, ਕਿਉਂਕਿ ਜ਼ਿੰਦਗੀ ਸਾਨੂੰ ਰੱਬ ਨੇ ਦਿੱਤੀ ਹੈ, ਪਰਮਾਤਮਾ ਨੇ ਦਿੱਤੀ ਹੈ। ਅਸੀਂ ਜੂਣ ਲਈ ਕਿਸ ਤਰ੍ਹਾਂ ਦੀ ਜ਼ਿੰਦਗੀ ਜੂਣੀ ਹੈ, ਇਹ ਗੁਰੂ ਜੀ ਦੱਸਦੇ ਨੇ। ਉਹਨਾਂ ਨੇ ਸਾਡੇ ਸਾਹਮਣੇ ਜ਼ਿੰਦਗੀ ਜੂਣ ਦੇ ਪੂਰਨੇ ਪਾਏ ਨੇ। ਉਹਨਾਂ ਨਾਲ ਵਿਚਰਨ ਵਾਲੇ ਗੁਰਸਿੱਖਾਂ ਨੇ ਜ਼ਿੰਦਗੀ ਦੇ ਗੁਰਮਤਿ ਰੌਂ ਨੂੰ ਸਮਝਿਆ ਵੀ ਹੈ ਅਤੇ ਗੁਰਮਤਿ ਰੌਂ ਨੂੰ ਜੀਵਿਆ ਵੀ ਹੈ। ਅਸੀਂ ਉਹਨਾਂ ਦੀ ਜ਼ਿੰਦਗੀ ਦੇ ਇਸ ਅਹਿਮ ਪੜਾਅ ਨੂੰ ਥੋੜ੍ਹਾ ਜਿਹਾ ਕਦੀ ਘਟਾ ਕੇ ਦੇਖੀਏ। ਅਸੀਂ ਅੱਜ ਗੁਰਸਿੱਖੀ ਨੂੰ ਕੀ ਜੀਉ ਰਹੇ ਹਾਂ ਕਿ ਨਹੀਂ ਜੀਉ ਰਹੇ, ਕਿ ਅਸੀਂ ਗੁਰਸਿੱਖੀ ਦੇ ਲਈ ਆਪਣਾ ਫਰਜ਼ ਪਾਲ ਰਹੇ ਹਾਂ ਕਿ ਨਹੀਂ ਪਾਲ ਰਹੇ। ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਅੱਜ ਸਾਡੀ ਕੀ ਭੂਮਿਕਾ ਹੈ। ਅਸੀਂ ਕਿਸ ਨਜ਼ਰੀਏ ਤੋਂ ਆਪਣੇ ਆਪ ਨੂੰ ਸਿੱਖ ਅਖਵਾ ਕੇ ਮਾਣ ਮਹਿਸੂਸ ਕਰਦੇ ਹਾਂ। ਕਿਹੜੀ ਗੱਲ ਹੈ ਜਿਹੜੀ ਸਾਨੂੰ ਇਹ ਮਾਣ ਸਾਡੀ ਝੋਲੀ 'ਚ ਪਾ ਰਹੀ ਹੋਵੇ। ਉਹ ਕਿਹੜਾ ਪੱਖ ਹੈ ਜਿਹੜਾ ਸਾਨੂੰ ਸੰਸਾਰ ਦੇ ਆਮ ਲੋਕਾਂ ਤੋਂ ਵੱਖਰਾ ਕਰਕੇ ਸਾਨੂੰ ਦੱਸ ਰਿਹਾ ਹੋਵੇ, ਸਾਡੇ ਅੰਦਰ ਉਸ ਤਰ੍ਹਾਂ ਦਾ ਅਹਿਸਾਸ ਕਰਾ ਰਿਹਾ ਹੋਵੇ। ਇਹ ਸਵਾਲ ਜਦੋਂ ਤੱਕ ਆਪਣੇ ਸਾਹਮਣੇ ਰੱਖ ਕੇ ਗੁਰੂ ਜੀਵਨ ਨੂੰ ਆਪਾਂ ਨਹੀਂ ਸਮਝਾਂਗੇ ਤਾਂ ਗੁਰੂ ਜੀ ਦੀਆਂ ਪ੍ਰਚਾਰ ਫੇਰੀਆਂ ਜਿਹੜੀਆਂ ਨੇ ਇਹ ਸਾਡੇ ਲਈ ਇੱਕ ਕਹਾਣੀ ਤੋਂ ਵੱਧ ਕੁਝ ਨਹੀਂ ਰਹਿ ਜਾਣਗੀਆਂ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜ਼ਿੰਦਗੀ ਨੂੰ ਇਸ ਨਜ਼ਰੀਏ ਤੋਂ ਲੈਣਾ, ਉਹਨਾਂ ਦੇ ਉਪਕਾਰ ਤੇ ਪੱਖ ਤੋਂ ਲੈਣਾ, ਉਹਨਾਂ ਦੀ ਦਿੱਤੀ ਹੋਈ ਸਦੀਵੀ ਸੇਧ ਜਿਹੜੀ ਉਹਨਾਂ ਸਾਡੇ ਅੱਗੇ ਪਰੋਸੀ ਹੈ, ਇਹਨੂੰ ਇਸ ਪੱਖ ਤੋਂ ਲੈਣਾ। ਇਸ ਲਈ ਚੱਕ ਨਾਨਕੀ ਜੀ ਤੋਂ ਚਲਦਿਆਂ ਹੋਇਆਂ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਜਿਹੜਾ ਬਨਾਰਸ ਤੱਕ ਦਾ ਸਫ਼ਰ ਕਰਦੇ ਨੇ, ਇਹ ਗਿਆਨ ਵੰਡਣ ਵਾਲਾ ਸਫ਼ਰ ਹੈ। ਇਹ ਸਫ਼ਰ ਸਾਡੇ ਲਈ ਮਹੱਤਵਪੂਰਨ ਪ੍ਰੇਰਨਾਵਾਂ ਦਿੰਦਾ ਹੈ ਅਤੇ ਅਸੀਂ ਉਹਨਾਂ ਦੇ ਹਾਲਾਤਾਂ ਨੂੰ ਸਮਝਣਾ ਹੈ ਕਿ ਪਰਿਵਾਰ ਸਮੇਤ ਕਿੰਨਾ ਹਾਲਾਤਾਂ ਵਿੱਚ ਉਹਨਾਂ ਨੇ ਸਫ਼ਰ ਕੀਤਾ ਹੋਵੇਗਾ, ਕਿੰਨਾ ਹਾਲਾਤਾਂ ਵਿੱਚ ਉਹਨਾਂ ਨੇ ਸਾਰੇ ਪੰਧ ਨੂੰ ਤੈਅ ਕੀਤਾ ਹੋਵੇਗਾ। ਜਦੋਂ ਅੱਜ ਵਰਗੇ ਸੁਖ ਰਹਿਣੇ ਸਾਧਨਾਂ ਦੀ ਬਹੁਤ ਵੱਡੀ ਉਸ ਸਮੇਂ ਤੋੜ ਸੀ। ਇਸ ਲਈ ਉਹਨਾਂ ਦੀ ਜ਼ਿੰਦਗੀ ਦੇ ਅਗਲੇ ਪੱਖ ਲਈ ਪ੍ਰਚਾਰ ਫੇਰੀ ਲਈ ਅਸੀਂ ਅਗਲੀ ਗੱਲ ਅਗਲੇ ਹਿੱਸੇ ਵਿੱਚ ਕਰਨ ਦਾ ਯਤਨ ਕਰਾਂਗੇ। ਸੋ ਆਓ ਉਹਨਾਂ ਨੂੰ ਇਸ ਨਜ਼ਰੀਏ ਤੋਂ ਦੇਖੀਏ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਆਰੰਭੇ ਹੋਏ ਪ੍ਰਚਾਰ ਫੇਰੀਆਂ ਦੇ ਤਰਤ ਲਕਾਈ ਦੇ ਸੋਧਣ ਦੇ ਕਰਤੱਵ ਨੂੰ ਕਿੰਨਾ ਮਹੱਤਵਪੂਰਨ ਪੱਖ ਸਮਝ ਕੇ ਉਹਨੂੰ ਅੱਗੇ ਲੈ ਕੇ ਜਾ ਰਹੇ ਨੇ। ਉਹਨੂੰ ਫਿਰ ਦੁਹਰਾ ਕੇ ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਗਏ ਨੇ ਉਹਨਾਂ ਥਾਵਾਂ 'ਤੇ ਜਾ ਕੇ ਗੁਰਮਤਿ ਦੇ ਵਿਚਾਰਧਾਰਾ ਨੂੰ ਪ੍ਰਫੁੱਲਤ ਕਰ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਵੀ ਧਰਤੀ ਦਾ ਭਰਮਣ ਕਰਦੇ ਆ, ਉਹਨਾਂ ਸਾਰੀ ਥਾਵਾਂ 'ਤੇ ਜਾ ਕੇ ਪਹਿਲਾਂ ਹੀ ਪੈੜਾਂ ਪਾਈਆਂ ਹੋਈਆਂ ਨੇ। ਉਹਨਾਂ ਪੈੜਾਂ ਨੂੰ ਹੋਰ ਡੂੰਘੀਆਂ ਕਰਕੇ ਉੱਥੇ ਆਪਣੇ ਕਰਤੱਵ ਦੀ ਪਾਲਣਾ ਧੰਨ ਗੁਰੂ ਤੇਗ ਬਹਾਦਰ ਜੀ ਕਰ ਰਹੇ ਨੇ ਅਤੇ ਅਸੀਂ ਉਹਨਾਂ ਨੂੰ ਉਸੇ ਨਜ਼ਰੀਏ ਤੋਂ ਆਓ ਤੱਕੀਏ, ਜਾਣੀਏ, ਸਮਝੀਏ ਅਤੇ ਆਪਣੇ ਅੰਦਰ ਪ੍ਰੇਰਨਾ ਲਈਏ। ਧੰਨਵਾਦ। ਭੁੱਲਾਂ ਲਈ ਖਿਮਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।